ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। आओ फिर गलबात करिए मिंटू गुरसरी जी दे नाल। मिंटू जी साडे नाल हाजिर हो चुके ने। मिंटू जी बहुत बहुत स्वागत है जी, सत श्री अकाल। शुक्रिया जी, सारिਆਂ ਨੂੰ सत श्री अकाल जी। मिंटू जी मौसम ਦਾ ਕੀ ਹਾਲ ਚਾਲ? मौसम ਦਾ ਹਾਲ ਲਾਲ ਹੀ ਹੈ ਜੀ। ਲਾਲ ਹੈ ਜੀ। ਹਾਂਜੀ ਹਾਂਜੀ, ਕੱਲ ਪਟਿਆਲੇ ਦੇ ਵਿੱਚ ਦਰਜਾ ਹਰਾਰਤ ਜਿਹੜਾ ਸੀ ਉਹ 43.6 ਰਿਹਾ। ਤੇ ਹਿਸਾਬ ਲਾ ਲਓ ਕਿ 43.6 ਆਮ ਤੌਰ ਤੇ ਸਾਡਾ ਮੱਧ ਮਈ ਤੋਂ ਬਾਅਦ ਜਾਂ ਜੂਨ ਦੀ ਸਟਾਰਟਿੰਗ ਚ 43-44 ਜਾਂਦਾ ਆ। ਵਾਓ। ਐਤਕੀ ਮਾਰਚ ਅਪ੍ਰੈਲ ਦੇ ਵਿੱਚ ਹੀ ਅਸੀਂ 40 ਨੂੰ ਛੋ ਗਏ, ਫਿਰ 43 ਨੂੰ ਅਪ੍ਰੈਲ ਚ, ਤੇ ਮੈਨੂੰ ਲੱਗਦਾ 45 ਵਾਲਾ ਐਤਕੀ ਸਾਡਾ ਕੰਮ ਜਿਹੜਾ ਹੈ ਉਹ ਅਪ੍ਰੈਲ ਚ ਹੀ ਹੋ ਜਾਣਾ। ਬੋਲੇ ਬੋਲੇ ਤੇ ਇਹ ਝੋਨਾ ਨੂੰ ਲੈ ਕੇ ਕਾਫੀ ਨੁਕਸਾਨ ਪਹੁੰਚਿਆ ਹੋਵੇਗਾ ਨਾ, ਬਿਕਾਜ਼ ਬਹੁਤ ਜਲਦੀ ਗਰਮੀ ਆਈ ਹੈ ਇਸ ਵਾਰ। ਵੀਟ ਨੂੰ ਨੁਕਸਾਨ ਪਹੁੰਚਿਆ, ਜਿਹੜਾ ਮਤਲਬ ਕਿ ਜਿਹੜੀ ਹਾੜੀ ਦੀ ਫਸਲ ਸਾਡੀ ਪੱਕੀ ਹੋਈ ਆ ਉਹਦਾ ਦਾਣਾ ਸੁੱਕ ਗਿਆ। ਦੇਖੋ ਵਿਪਤਾ ਕੀ ਹੁੰਦੀ ਹੈ ਕਿ ਜਿੱਥੇ ਡੂਬਾ ਆ ਜਾਏ ਤਾਂ ਵੀ ਕਿਸਾਨ ਮਰਿਆ, ਜੇ ਮੰਨ ਲਓ ਸੋਕਾ ਆ ਜਾਵੇ ਤਾਂ ਵੀ ਕਿਸਾਨ ਮਰਿਆ। ਹਾਲ ਦੀ ਘੜੀ ਜੇ ਆਪਾਂ ਦੇਖੀਏ ਜੋ ਇਸ ਵੇਲੇ ਚੱਲਦਾ ਪਿਆ, ਤਾਂ ਦਾਣਾ ਜਿਹੜਾ ਉਹ ਮੈਂ ਕੱਲ ਨਾ ਅਰਸ਼ ਜੀ ਗਿਆ, ਮੇਰੀ ਜਿਹੜੀ ਜਿੰਮ ਹੈ ਨਾ ਉਹ ਦਾਣਾ ਮੰਡੀ ਦੇ ਵਿੱਚ ਹੈ। ਵਧੀਆ ਚੀਜ਼ ਇਹ ਹੈ ਕਿਉਂਕਿ ਕਿਸਾਨਾਂ ਨਾਲ ਮੁਲਾਕਾਤ ਹੁੰਦੀ ਹੈ। ਤੇ ਚਲੋ ਦਾਣਾ ਮੰਡੀ ਚ ਜਦੋਂ ਮੈਂ ਵੜਿਆ ਤੇ ਉਹ ਹੇਠਾਂ ਢੇਰੀਆਂ ਲੱਗੀਆਂ ਸਨ। ਮੈਂ ਜਦੋਂ ਉੱਤੇ ਜਾ ਰਿਹਾ ਸੀ ਢੇਰੀ ਤੋਂ ਦਾਣੇ ਫੜੇ, ਦਾਣੇ ਇਸ ਤਰ੍ਹਾਂ ਜਿਵੇਂ ਜਵਾਕ ਨੂੰ ਸੋਕੜਾ ਹੋਇਆ ਹੁੰਦਾ, ਜਿਵੇਂ ਸੋਮਾਲੀਆ ਦੇ ਬੱਚੇ ਆਪਾਂ ਦੇਖਦੇ ਹਾਂ ਜਾਂ ਜਿਹੜੇ ਭੁੱਖਮਰੀ ਦੇ ਸ਼ਿਕਾਰ ਹੋਏ ਹੁੰਦੇ ਆ, ਇਸ ਤਰ੍ਹਾਂ ਮਤਲਬ ਕਿ ਦਾਣਾ ਜਿਹੜਾ ਆ ਉਹ ਇੰਨਾ ਕਮਜ਼ੋਰ ਹੈ ਕਿ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਨਾਲੋਂ ਤੇ ਉਹ ਘੱਟੋ ਘੱਟ ਦਾਣਾ ਹੀ ਜਿਹੜਾ 10-20% ਨੁਕਸਾਨਿਆ ਹੋਏਗਾ। ਉਹਦਾ ਕੀ ਹੈ ਕਿ ਇੱਕ ਤੇ ਤੁਹਾਡਾ ਜਿਹੜਾ ਹੁੰਦਾ ਹੈ ਮਤਲਬ ਕਿ ਉਤਪਾਦਨ, ਜਿਵੇਂ ਫਰਜ਼ ਕਰੋ ਇੱਕ ਕਿੱਲੇ ਚੋਂ ਨਿਕਲਦਾ ਹੈ ਉਹਦਾ 60 ਮਣ ਨਿਕਲਿਆ, ਉਹ ਤੁਹਾਡਾ ਰਹਿ ਗਿਆ ਤਕਰੀਬਨ 35 ਜਾਂ 40, ਤਾਂ ਉਹ ਵੀ ਲਾਸ ਹੈ। ਸੈਕੰਡ ਚੀਜ਼ ਜਿਹੜੀ ਹੁੰਦੀ ਹੈ ਕਿ ਇੱਕ ਮਤਲਬ ਕਿ ਕੁਆਲਿਟੀ ਸਟੈਂਡਰਡ ਹੁੰਦਾ ਜੋ FCI ਖਰੀਦਦੀ ਹੈ, ਉਹਦਾ ਇੱਕ ਕੁਆਲਿਟੀ ਸਟੈਂਡਰਡ ਹੈ। ਕੁਆਲਿਟੀ ਸਟੈਂਡਰਡ ਕੀ ਕਹਿੰਦਾ ਹੈ ਕਿ ਜਿਹੜਾ ਦਾਣਾ ਸੁੰਗੜਿਆ ਦਾਣਾ ਆ, ਸੁੱਕਿਆ ਦਾਣਾ, ਉਹ 6% ਤੋਂ ਵੱਧ ਨਹੀਂ ਹੋਣਾ ਚਾਹੀਦਾ। ਹੁਣ FCI ਨੂੰ ਜਿਵੇਂ ਖਬਰ ਮਿਲੀ, FCI ਨੇ ਆਪਣੀ ਜਿਹੜੀ ਸੈਂਪਲਿੰਗ ਕੀਤੀ, ਤੁਸੀਂ ਹੈਰਾਨ ਰਹੋਗੇ ਕਿ ਕੁਛ ਥਾਵਾਂ ਤੇ ਉਹ 22% ਹੈ, ਮਤਲਬ ਕਿ 22% ਨੁਕਸਾਨ ਆ। ਹੁਣ ਦੇਖੋ ਝਾੜ ਤਾਂ ਘਟ ਗਿਆ, ਕਿਸਾਨ ਦਾ ਵਿਚਾਰਾ ਮਾਰਿਆ ਗਿਆ, ਉਹਦਾ 10 ਤੋਂ 15 ਹਜ਼ਾਰ ਦਾ ਲਾਸ ਹੈ ਕਿੱਲੇ ਦਾ। ਹਿਸਾਬ ਲਾ ਲਓ 1 ਏਕੜ ਦੇ ਵਿੱਚੋਂ 10-15 ਹਜ਼ਾਰ ਦਾ ਲਾਸ ਹੈ, ਤੇ ਜੇ ਕੋਈ 10 ਕਿੱਲਿਆਂ ਦੀ ਖੇਤੀ ਕਰ ਰਿਹਾ ਤੇ 1.5 ਲੱਖ ਦਾ ਲਾਸ ਹੈ। 1.5 ਲੱਖ ਦਾ ਲਾਸ ਕਿਵੇਂ ਬੰਦਾ ਬਰਦਾਸ਼ਤ ਕਰੇਗਾ ਜੀ? ਤੇ ਬਹੁਤ ਵੱਡੀ ਗੱਲ ਹੈ। ਸੋ ਇਸ ਕਰਕੇ ਮਤਲਬ ਕਿ ਇੱਕ ਤੇ ਇਹ ਆ, ਉੱਤੋਂ ਜੇ ਮੰਨ ਲਓ FCI ਜਿਹੜਾ ਹੈ, ਜਿਵੇਂ ਹੁਣ ਮੰਨ ਲਓ ਜਿਹੜੀ ਢੇਰੀ ਦੀ ਖਰੀਦ ਜਦੋਂ ਉਹਨੇ ਕੀਤੀ ਹੈ, ਉਹਦਾ ਸਟੈਂਡਰਡ ਜਿਹੜਾ ਆ ਉਹਦੇ ਮਿਆਰਾਂ ਤੇ ਖਰਾ ਨਹੀਂ ਉਤਰਦਾ ਜੋ ਤੈਅ ਨੇ ਜੀ, ਤੇ ਫਿਰ ਤੇ ਕਿਤੇ ਨਾ ਕਿਤੇ ਉਹਨੂੰ ਕਾਟ ਵੀ ਲੱਗ ਸਕਦੀ ਹੈ ਨਾ, ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਪੇਮੈਂਟ ਕੱਟ ਕੇ ਆ ਸਕਦੀ ਹੈ। ਸੋ ਇਸ ਕਰਕੇ ਉਧਰ ਵੀ ਨੁਕਸਾਨ ਹੈ। ਗਰਮੀ ਨੇ ਬਹੁਤ ਨੁਕਸਾਨ ਕੀਤਾ। ਬੰਦਾ ਦੇਖੋ ਗਰਮੀ ਬਰਦਾਸ਼ਤ ਕਰ ਲੈਂਦਾ, ਪਰ ਬੰਦੇ ਦੀ ਫਸਲ ਪ੍ਰਭਾਵਿਤ ਹੋ ਜਾਵੇ ਉਹ ਬਰਦਾਸ਼ਤ ਨਹੀਂ ਹੁੰਦੀ। ਬੰਦੇ ਦਾ ਕੀ ਹੈ, ਹੁਣ ਚਲੋ ਸਾਡੇ ਲੋਕ ਬਾਹਰ ਨਹੀਂ ਨਿਕਲਦੇ, 2 ਘੰਟੇ 4 ਘੰਟੇ ਲੋ ਚੱਲਦੀ ਹੈ। ਸਾਡੇ ਏਰੀਏ ਚ ਲੋ ਜ਼ਿਆਦਾ ਚੱਲਦੀ ਹੈ। ਚਾਵਲਾ ਸਾਹਿਬ ਇੱਥੇ ਹੋ ਕੇ ਗਏ ਨੇ, ਉਹਨਾਂ ਨੇ ਐਗਜ਼ੀਬਿਟਰ ਦੇਖੇ ਨੇ ਇੱਧਰ ਸਾਡੇ ਪਿੰਡਾਂ ਵੱਲ, ਤਾਂ ਇੱਧਰ ਲੋ ਜ਼ਿਆਦਾ ਚੱਲਦੀ। ਅਸੀਂ ਆਦੀ ਹਾਂ ਬਚਪਨ ਤੋਂ, ਸਾਨੂੰ ਮਤਲਬ ਕਿ ਠੀਕ ਹੈ ਸਮੱਸਿਆ ਆਉਂਦੀ ਹੈ, ਪਰ ਕੋਈ ਗੱਲ ਨਹੀਂ, ਕੰਮ ਸਾਡੇ ਚੱਲਦੇ ਰਹਿੰਦੇ ਨੇ। ਇਹ ਨਹੀਂ ਹੈ ਕਿ ਖੇਤਾਂ ਚ ਲੋਕ ਗਾਇਬ ਹੋ ਜਾਂਦੇ। ਪਰੰਤੂ ਗੱਲ ਇਹ ਆ ਕਿ ਮਤਲਬ ਕਿ ਜਦੋਂ ਤੁਹਾਡੀ ਫਸਲ ਪ੍ਰਭਾਵਿਤ ਹੋਵੇ ਤਾਂ ਬੰਦੇ ਦਾ ਦਿਲ ਡਿੱਗੇਗਾ, ਫਿਰ ਤਾਂ ਦਿਲ ਡੁੱਬ ਜਾਂਦਾ। ਮਿੰਟੂ ਜੀ, ਪੰਜਾਬ ਦੇ ਵਿੱਚ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਇਹ ਬਹੁਤ ਵੱਡੀ ਇਸ ਵੇਲੇ ਸਮੱਸਿਆ ਪੰਜਾਬ ਨੂੰ ਫੇਸ ਕਰਨੀ ਪੈ ਰਹੀ ਹੈ ਇਸ ਵੇਲੇ। ਹਾਂਜੀ ਹਾਂਜੀ, 2 ਕੱਲ ਮੇਰੇ ਖਿਆਲ ਦੇ ਨਾਲ ਬਠਿੰਡੇ ਦੇ ਵਿੱਚ ਨੌਜਵਾਨ ਮਰੇ ਨੇ ਓਵਰਡੋਜ਼ ਦੇ ਨਾਲ। ਔਰ ਜੇ ਤੁਸੀਂ ਦੇਖੋਗੇ 10 ਦਿਨਾਂ ਚ 6 ਤੇ ਪਿਛਲੇ 40 ਮੇਰੇ ਖਿਆਲ ਦੇ ਨਾਲ ਮਰ ਗਏ ਨੇ 6 ਮਹੀਨਿਆਂ ਦੇ ਅੰਦਰ 40 ਨੌਜਵਾਨ ਕੱਲੇ ਬਠਿੰਡਾ ਦੇ। ਸੋ ਬੜੀ ਵੱਡੀ ਇਹ ਸਮੱਸਿਆ ਹੈ, ਭਿਆਨਕ ਸਮੱਸਿਆ ਹੈ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕੱਲ ਹੀ ਇੱਕ ਮੁੰਡਾ ਮਰਿਆ ਇੱਧਰ ਫਿਰੋਜ਼ਪੁਰ ਬੰਨੀ ਤੇ ਇੱਕ ਗੋਇੰਦਵਾਲ ਦਾ। ਇਸ ਤਰ੍ਹਾਂ ਇੰਨੀਆਂ ਮੌਤਾਂ, ਯਾਨੀ ਇਹ ਉਹ ਮੌਤਾਂ ਨੇ ਜਿਹੜੀਆਂ ਸਾਡੇ ਕੋਲ ਮੀਡੀਆ ਦੇ ਰਿਕਾਰਡ 'ਚ ਆ ਜਾਂਦੀਆਂ ਨੇ। ਹੁਣ ਪੰਜਾਬ ਦੇ ਕਿਹੜੇ ਕਿਹੜੇ ਕੋਨੇ 'ਚ ਇਸ ਤਰ੍ਹਾਂ ਮੁੰਡੇ ਮਰਦੇ ਆ, ਜਾਂ ਚਲੋ ਘਰ ਦੇ ਵਿਚਾਰੇ ਲੋਕ ਲੱਜਾਂ ਨੂੰ ਚੁੱਪ ਹੀ ਰਹਿ ਜਾਂਦੇ ਆ।
ਪਤਾ ਤੇ ਉਹਨਾਂ ਨੂੰ ਹੁੰਦਾ ਕਿ ਕਿਹੜੀ ਵਜ੍ਹਾ ਨਾਲ ਮਰਿਆ ਹੈ। ਉਹ ਮਤਲਬ ਇਹ ਜੇ ਤਾਦਾਦ ਲਾਈਏ ਤੇ ਫਿਰ ਤੇ ਐਵਰੇਜ ਹੁਣ ਦੇਖੋ ਜਿਸ ਤਰ੍ਹਾਂ ਬਣ ਰਹੀ ਹੈ ਤੇ ਇਹ ਹੈ ਕਿ 4-5 ਰੋਜ਼ ਘੱਟੋ ਘੱਟ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਨੇ। ਤਾਂ ਮਸਲਾ ਕੱਲ SSP ਸਾਹਿਬ ਬੋਲੇ ਸੌਰੀ DGP ਬੋਲੇ ਸਨ ਕਿ ਭਾਈ ਏਦਾਂ ਨਹੀਂ, ਏਦਾਂ ਮਤਲਬ ਕਿ ਇੰਨੇ ਕਤਲ ਜਿਹੜੇ ਪਿਛਲੀ ਵਾਰੀ ਜਿਹੜੀ 100 ਦਿਨ ਦੀ ਸਰਕਾਰ ਸੀ ਤਾਂ ਉਦੋਂ ਐਵਰੇਜ 60 ਕਤਲਾਂ ਦੀ ਸੀ, ਹੁਣ 50 ਕਤਲਾਂ ਦੀ ਹੈ। ਯਾਰ ਇਹ ਜਸਟੀਫਿਕੇਸ਼ਨ ਵੀ ਹੈਰਾਨ ਕਰਦੀ ਹੈ ਕਿ ਦੇਖੋ ਮੇਨ ਗੱਲ ਠੀਕ ਹੈ, ਰੰਜਿਸ਼ ਕਰਕੇ ਕਤਲ ਹੁੰਦੇ ਨੇ, ਪਿਛਲੀ ਸਰਕਾਰ 'ਚ ਵੀ ਹੋਏ, ਐਸ ਵੀ ਹੋਣਗੇ, ਅਗਲੀ 'ਚ ਵੀ ਹੋਣਗੇ, ਠੀਕ ਹੈ ਨਾ ਜੀ। ਲੁੱਟਾਂ ਖੋਹਾਂ ਚੱਲਦੀਆਂ ਨੇ, ਸਾਰਾ ਕੁਛ ਚੱਲ ਰਿਹਾ ਆ। ਪਰ ਆਹ ਹੁਣ ਓਵਰਡੋਜ਼ ਵਾਲਾ ਮਸਲਾ ਜਿਹੜਾ ਹੈ ਇਹਦਾ ਤਾਂ ਹੁਣ ਕੀ ਹੱਲ ਕੀਤਾ ਜਾ ਸਕਦਾ ਉਹ ਤਾਂ ਹੁਣ ਤੁਸੀਂ ਦੇਖਣਾ, ਕਿਉਂਕਿ ਤੁਹਾਡੇ ਕੋਲ ਹੀ ਅਖਤਿਆਰ ਹੈ ਪਾਲਿਸੀਆਂ ਬਣਾਉਣ ਦਾ, ਲਾਅ ਐਂਡ ਆਰਡਰ ਵੀ ਤੁਹਾਡੇ ਹੱਥ ਤੇ, ਤੁਸੀਂ ਦੇਖੋ ਕੀ ਕਰ ਸਕਦੇ ਹੋ। ਕਿਉਂਕਿ ਤੁਸੀਂ ਉਹੀ ਦਾਅਵੇ ਕੀਤੇ ਸੀਗੇ ਅਸੀਂ 4 ਮਹੀਨਿਆਂ 'ਚ 3 ਮਹੀਨਿਆਂ 'ਚ ਖਤਮ ਕਰ ਦਿਆਂਗੇ, ਜਾਂ ਤੁਸੀਂ ਇਹ ਕਿਹਾ ਸੀਗਾ ਇਸ ਕੰਪੇਨ ਦੇ ਵਿੱਚ ਕਿ ਭਾਈ ਜਿਵੇਂ ਹੀ ਅਸੀਂ ਸੱਤਾ 'ਚ ਆਵਾਂਗੇ ਇਹ ਮਸਲਾ ਹੱਲ ਕਰ ਲਵਾਂਗੇ ਕਿਉਂਕਿ ਅਸੀਂ ਪੁਲਿਸ ਨੂੰ ਫ੍ਰੀ ਹੈਂਡ ਦੇ ਦੇਵਾਂਗੇ। ਪਰ ਹੁਣ ਕੁਝ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ। ਸੋ ਗੱਲ ਇਹ ਹੈ ਕਿ ਚਿੱਟਾ ਇੰਨਾ ਜ਼ਿਆਦਾ ਹੈ ਅਰਸ਼ ਜੀ ਕਿ ਇੱਥੇ ਮਤਲਬ ਜਿਹੜੇ ਲੋਕ ਨੇ ਉਹ ਤਰਾਈ ਕਰਦੇ ਆ ਕਿ ਬੱਚੇ ਨੂੰ ਜੇ ਅਸੀਂ ਘਰ ਵੀ ਨਜ਼ਰਬੰਦ ਕਰ ਦਿੰਦੇ ਹਾਂ, ਘਰ ਵੀ ਤਾੜ ਦਿੰਦੇ ਹਾਂ, ਤੇ ਹੁੰਦਾ ਕੀ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਘਰੇ ਮੰਗਾ ਲੈਂਦਾ। ਅੱਛਾ, ਇਹ ਨੌਬਤ ਆਈ ਪਈ। ਹਾਂਜੀ ਬਿਲਕੁਲ। ਇੱਥੇ ਕੀ ਤੁਹਾਨੂੰ ਮੈਂ ਦੱਸਾਂ, ਇੱਕ ਦਿਨ ਬਰਨਾਲੇ ਦੇ ਵਿੱਚ ਕਿਸੇ ਨੂੰ ਲੱਗੀ ਸੀ ਆ ਬੋਤਲ ਜਿਹੜੀ ਹੁੰਦੀ ਹੈ ਗਲੂਕੋਜ਼ ਦੀ ਲੱਗੀ ਹੋਣੀ ਕਿਸੇ ਮਰੀਜ਼ ਨੂੰ, ਉਹ ਐਮਰਜੈਂਸੀ ਵਾਰਡ ਦੇ ਵਿੱਚ ਆਇਆ ਤੇ ਉਹ ਨਸ਼ੇੜੀ ਜਿਹੜਾ ਉਹ ਸੂਈ ਪੁੱਟ ਕੇ ਭੱਜ ਗਿਆ। ਜਲਦੀ ਬੋਤਲ ਬੰਦ ਕਰਕੇ ਫਿਰ ਲੋਕਾਂ ਨੇ ਉਹਨਾਂ ਹਲੀ ਕਰਕੇ ਉਹ ਪੈ ਲੋਕ ਉਹਨਾਂ ਨੇ ਆਖਿਆ ਫੜੋ ਇਹਨੂੰ। ਉਹਨੂੰ ਫੜਿਆ, ਉਹ ਕਹਿੰਦਾ ਕੀ ਕਰਾਂ ਮੈਂ, ਤੋੜ ਲੱਗੀ, ਮੈਨੂੰ ਸੂਈ ਨਹੀਂ ਸੀ ਲੱਗਦੀ। ਦੇਖੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਹੈਰਾਨ ਕਰਦੀਆਂ ਕਿ ਅਸੀਂ ਬਹੁਤ ਗਲਤ ਦਿਸ਼ਾ ਵੱਲ ਵੱਧ ਰਹੇ ਹਾਂ। ਡਰੱਗ ਦੇਖੋ ਇਹ ਮੰਨਣ 'ਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿ ਇਹ ਗਲੋਬਲ ਸਮੱਸਿਆ ਹੈ, ਪਰ ਅਸੀਂ ਉਹਨੂੰ ਨਜਿੱਠ ਕਿਸ ਤਰ੍ਹਾਂ ਰਹੇ ਹਾਂ। ਮੈਟਰ ਤੇ ਇਹ ਕਰਦਾ ਨਾ ਕਿ ਅਸੀਂ ਉਹਨੂੰ ਨਜਿੱਠ ਕਿਸ ਤਰ੍ਹਾਂ ਰਹੇ। ਸਾਡੇ ਕੋਲ ਕੋਈ ਮਤਲਬ ਕਿ ਦੂਰ ਰੱਖੀ ਕੋਈ ਸਾਡੇ ਕੋਲ ਪਾਲਿਸੀ ਤੇ ਹੋਵੇ ਨਾ। ਜਦੋਂ ਤੱਕ ਆਪਣੇ ਕੋਲ ਕੋਈ ਪਾਲਿਸੀ ਨਹੀਂ ਹੈ ਕਿ ਭਾਈ ਅਸੀਂ ਵਿਕਟਮ ਨੂੰ ਕਿੱਥੇ ਲੈ ਕੇ ਜਾਣਾ ਆ, ਅਸੀਂ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਨੂੰ ਕਿੱਥੇ ਲੈ ਕੇ ਜਾਣਾ ਆ, ਅਸੀਂ ਸਪਲਾਈ ਲਾਈਨ ਕਿੱਦਾਂ ਰੋਕਣੀ ਹੈ ਜਾਂ ਤੋੜਨੀ ਹੈ, ਉਹ ਸਾਰੀਆਂ ਚੀਜ਼ਾਂ ਬਹੁਤ ਹੀ ਦਾ ਹਿੱਸਾ। ਮਿੰਟੂ ਜੀ ਕਰਪਸ਼ਨ ਬੜੀ ਹੈ ਨਾ, ਇਹ ਕਹਿ ਲਓ ਕਿ ਬਹੁਤ ਜਿੱਦਾਂ ਪੰਜਾਬੀ ਵਿੱਚ ਕਹਿ ਲਓ ਕਿ ਚੇਨ ਰਿਐਕਸ਼ਨ ਬਹੁਤ ਵੱਡੀ ਹੈ ਜੀ। ਕਿੱਥੋਂ ਰੋਕਿਆ ਜਾਵੇ ਕੁਝ ਪਤਾ ਨਹੀਂ ਲੱਗ ਰਿਹਾ, ਕੌਣ ਸਪਲਾਈ ਕਰ ਰਿਹਾ ਪਤਾ ਨਹੀਂ ਲੱਗ ਰਿਹਾ, ਕਿੱਥੋਂ ਰਹੀ ਆ, ਕਿੱਦਾਂ ਐਂਟਰ ਕਰ ਰਹੀ ਹੈ ਪੰਜਾਬ ਦੇ ਵਿੱਚ ਇਹ ਵੀ ਨਹੀਂ ਪਤਾ ਲੱਗ ਰਿਹਾ। ਜੇ ਪਤਾ ਵੀ ਹੋਵੇ ਕਿਸੇ ਨੂੰ ਤਾਂ ਉਹਨੇ ਆਪਣੀ ਜ਼ੁਬਾਨ ਖੋਲਣੀ ਨਹੀਂ ਹੈ, ਬਿਕਾਜ਼ ਜੇ ਉਹਨੇ ਖੋਲਤੀ ਤੇ ਉਹ ਵੀ ਲਪੇਟੇ 'ਚ ਆ ਜਾਊਗਾ। ਸੋ ਇਹ ਬਹੁਤ ਵੱਡਾ ਸਮੱਸਿਆ ਹੈ ਪੰਜਾਬ ਦੇ ਵਾਸਤੇ, ਇਹਦਾ ਹੱਲ ਕੱਢਣਾ ਚਾਹੀਦਾ, ਨਹੀਂ ਤਾਂ ਫਿਰ ਉਹ ਜਿੱਦਾਂ ਮਾਨ ਸਾਹਿਬ ਕਹਿੰਦੇ ਕਿ ਨਸ਼ਿਆਂ ਨੇ ਮਾਰਤੇ ਪੰਜਾਬੀ ਗੱਭਰੂ। ਨਹੀਂ ਦੇਖੋ ਗੱਲ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਸਰਕਾਰ ਨੇ ਦੇਖਣਾ ਹੁੰਦਾ ਹੈ, ਕਿੱਥੋਂ ਆ ਰਿਹਾ ਡਰੱਗ ਕਿੱਥੋਂ ਨਹੀਂ, ਉਹ ਸਰਕਾਰ ਦਾ ਵੇਖਣ ਦਾ ਪਾਰਟ ਹੈ ਨਾ, ਕਿ ਆਪਾਂ ਨਹੀਂ ਦੱਸ ਸਕਦੇ ਕਿ ਕਿੱਥੋਂ ਆ ਰਿਹਾ। ਪਤਾ ਤੇ ਹੁਣ ਸਭ ਨੂੰ ਹੈ ਕਿ ਨਸ਼ਾ ਜਿਹੜਾ ਠੀਕ ਹੈ ਬਾਹਰੋਂ ਵੀ ਆਉਂਦਾ, ਨਸ਼ਾ ਅੰਦਰੋਂ ਵੀ ਬਣਦਾ, ਸਾਰਾ ਕੁਛ ਹੀ ਹੁੰਦਾ ਹੈ। ਸੋ ਸਰਕਾਰ ਦਾ ਕੰਮ ਹੈ ਇਹ, ਇੰਟੈਲੀਜੈਂਸ ਹੀ ਉਹਨਾਂ ਦੇ ਕੋਲ। ਮਤਲਬ ਕਿ ਸਰਕਾਰ ਕੋਈ ਇਹ ਨਹੀਂ ਹੈ ਕਿ ਪੰਚਾਇਤ ਹੈ, ਸਰਕਾਰ ਜਿਹੜੀ ਹੈ ਉਹਦੇ ਕੋਲ ਸਾਰਾ ਕੁਛ ਹੈ, ਪਤਾ ਕਰੇ। ਹਾਲ ਹੀ ਦੇ ਵਿੱਚ ਮਿੰਟੂ ਜੀ ਸਾਡੇ ਸ਼ਹਿਰ ਬਰੈਂਪਟਨ ਦੇ ਵਿੱਚ ਤਕਰੀਬਨ 2-3 ਸਾਲ ਪਹਿਲਾਂ ਇੱਕ ਘਰ ਨੂੰ ਅੱਗ ਲੱਗ ਗਈ ਬੇਸਮੈਂਟ ਦੇ ਵਿੱਚ, ਤੇ ਅੱਗ ਦਾ ਕਾਰਨ ਪਤਾ ਕੀ ਸੀ ਮਿੰਟੂ ਜੀ? ਦੇਸੀ ਦਾਰੂ ਬਣਾ ਰਹੇ ਸੀ ਜੀ। ਸੋ ਉਹੀ ਗੱਲ ਹੈ ਨਾ, ਰੋਕ ਕਿੱਦਾਂ ਸਕਦੇ ਆ ਸਾਡੇ ਸਰਕਾਰਾਂ ਨੂੰ ਥੋੜਾ ਜਿਹਾ ਇਸ ਦੇ ਵਿੱਚ ਆਈ ਥਿੰਕ ਫੋਕਸ ਹੋਣਾ ਚਾਹੀਦਾ ਜੀ ਕਿ ਕਿੱਥੋਂ ਇਹ ਸਪਲਾਈ ਹੋ ਰਹੀ ਹੈ। ਐਂਡ ਜੇ ਪਤਾ ਵੀ ਹੋਵੇ ਤਾਂ ਪਲੀਜ਼ ਡਿਸਕਲੋਜ਼ ਕਰਨਾ ਫਾਇਦੇਮੰਦ ਹੈ ਇਸ ਵੇਲੇ, ਬਿਕਾਜ਼ ਹਰ ਇੱਕ ਸੈਕਿੰਡ ਹਰ ਇੱਕ ਮਿੰਟ ਕੋਈ ਨਾ ਕੋਈ ਮਰ ਰਿਹਾ ਇਸ ਚੀਜ਼ ਦੇ ਵਿੱਚ। ਸੋ ਸਾਡੇ ਨਾਲ ਕਾਲਰ ਨੇ ਜੀ, ਅਸੀਂ ਲੈਂਦੇ ਹਾਂ ਫਰਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚਾਵਲਾ ਜੀ ਸਤਿ ਸ੍ਰੀ ਅਕਾਲ। ਮਿੰਟੂ ਭਾਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਚਾਵਲਾ ਜੀ ਇੱਕ ਤਾਂ ਉਹ ਜਿਹੜੀ ਬ੍ਰਾਂਟਾਂ ਦੀ ਤੁਸੀਂ ਗੱਲ ਕੀਤੀ ਨਾ, ਉਹ ਉਹਨਾਂ ਦਾ ਉਹ ਉੱਪਰਲਾ ਕੁੱਕਰ ਫਟ ਗਿਆ ਸੀ, ਬਲਾਸਟ ਹੋਇਆ ਸੀ ਦਾਰੂ ਕੱਢਦਿਆਂ ਦਾ, ਤੇ ਉਹ ਛੱਤ ਛੁੱਤ ਕਾਫੀ ਫਟ ਗਏ ਸੀ ਉਹਨਾਂ ਦੀ, ਬਹੁਤ ਹੈਵੀ ਬਲਾਸਟ ਹੋਇਆ ਸੀ। ਤੇ ਦੂਜਾ ਮਿੰਟੂ ਭਾਜੀ ਇੱਕ ਬੇਨਤੀ ਆ ਤੁਹਾਨੂੰ, ਜੇ ਬੱਚਾ ਆਪਣੇ ਜਿਹੜਾ ਨਸ਼ੇ ਦੀ ਗੱਲ ਕਰਦੇ ਸੀ ਹੁਣੇ, ਤੇ ਇਹ ਜ਼ਰੂਰ ਜੇ ਮਿਹਰਬਾਨੀ ਹੋਵੇ ਜੇ ਤੁਸੀਂ ਸਰਕਾਰ ਤੱਕ ਪਹੁੰਚਾ ਦਿਓ, ਉਹ ਇਹ ਵੀ
ਜਿਹੜਾ ਆਪਾਂ ਨਾ ਗੱਲ ਕਰਦੇ ਸਾਰੇ ਵੀ ਬੰਦ ਕਰ ਦਿਓ, ਨਸ਼ਾ ਬੰਦ ਕਰ ਦਿਓ। ਸਰ ਬੰਦ ਤਾਂ ਕਰ ਦਿਓ, ਠੀਕ ਆ, ਲੇਕਿਨ ਬੰਦ ਕਰਨ ਤੋਂ ਪਹਿਲਾਂ ਜਦੋਂ ਹੁਣੇ ਤੁਸੀਂ ਇੱਕ ਐਡਿਕਟਡ ਬੰਦੇ ਦੀ ਗੱਲ ਕਰਕੇ ਹਟੀ, ਮੈਨੂੰ ਤੋੜ ਲੱਗੀ, ਉਹ ਸਭ ਤੋਂ ਪਹਿਲਾਂ ਉਹਨਾਂ ਦੇ ਟ੍ਰੀਟਮੈਂਟ ਦੀ ਗੱਲ ਕਰੋ। ਪਹਿਲਾਂ ਜਿਹੜੇ ਬੰਦੇ ਲੱਗੇ ਹੋ ਆ ਉਹਨਾਂ ਨੂੰ ਸਾਂਭਣਾ ਕਿੱਦਾਂ? ਇੱਕਦਮ ਤੁਸੀਂ ਸਪਲਾਈ ਕੱਟ ਕਰ ਦੋਗੇ, ਉਹ ਤਾਂ ਮਰ ਜਾਣਗੇ 2 ਰਾਤਾਂ 'ਚ। ਉਹਨਾਂ ਨੂੰ ਪਹਿਲਾਂ ਉਹ ਆਪਣੀ ਡਿਫੈਂਸ ਲਾਈਨ ਰੱਖੋ, ਉਸ ਤੋਂ ਬਾਅਦ ਫਿਰ ਇਹ ਸਪਲਾਈ ਲਾਈਨ ਕੱਟਿਓ ਆਪਣੀ। ਸਰ ਮੈਂ ਰਿਕੁਐਸਟ ਆ ਮੇਰੀ, ਮੇਰਾ ਵਿਚਾਰ ਇਹ ਆ, ਕਿਉਂਕਿ ਮੈਂ ਇਸ ਦਲਦਲ ਦੇ ਵਿੱਚੋਂ ਨਿਕਲਿਆ ਹੋਇਆ ਨਾ, ਮੈਨੂੰ ਵੀ ਤਾਂ ਪਤਾ ਜਿੱਦਾਂ ਤੁਹਾਨੂੰ ਪਤਾ। ਮੈਂ ਉਹੀ ਕਹਿਣ ਲੱਗਾ ਸੀ, ਤੁਸੀਂ ਡਾਕੂ ਦਾ ਮੁੰਡਾ ਦੇਖੀ ਹੋਵੇਗੀ ਤਾਂ ਮਿੰਟੂ ਜੀ ਵੀ ਇਸ ਚੀਜ਼ ਦੇ ਵਿੱਚੋਂ ਨਿਕਲੇ ਹੋਏ ਨੇ। ਐਂਡ ਇਹ ਤੁਹਾਡੀ ਗੱਲ ਬਿਲਕੁਲ ਸਹੀ ਜੀ, ਬਹੁਤ ਸੰਸਥਾਵਾਂ ਨੇ ਜੀ, ਬਹੁਤ ਜ਼ਿਆਦੀਆਂ ਸੰਸਥਾਵਾਂ ਨੇ ਉੱਥੇ ਮਿੰਟੂ ਜੀ। ਪਰੰਤੂ ਇੱਕ ਜਦੋਂ ਬੱਚਾ, ਮਾਂ ਤੇ ਬੱਚਾ ਜਦੋਂ ਇੱਕ ਰੂਮ ਦੇ ਵਿੱਚ ਜਦੋਂ ਤੜਫਦਾ ਹੁੰਦਾ ਨਾ, ਤਾਂ ਮਾਂ ਵੀ ਨਹੀਂ ਦੇਖ ਸਕਦੀ ਇਸ ਚੀਜ਼ ਨੂੰ ਜੋ ਹੋ ਰਿਹਾ ਪੰਜਾਬ ਦੇ ਵਿੱਚ। ਨਹੀਂ ਮੈਂ ਤੇ ਕਹਿ ਰਿਹਾ ਨਾ, ਇਹ ਸਰ ਦੀ ਗੱਲ ਆਉਣ ਤੋਂ ਪਹਿਲਾਂ ਹੀ ਮੈਂ ਕਿਹਾ ਕਿ ਇੱਕ ਪਾਲਿਸੀ ਹੋਣੀ ਚਾਹੀਦੀ। ਇਹ ਪਾਲਿਸੀ ਦਾ ਹਿੱਸਾ ਹੁੰਦਾ ਹੈ। ਮੈਂ ਪਾਲਿਸੀ ਸ਼ਬਦ ਕਿਉਂ ਇਸਤੇਮਾਲ ਕਰ ਰਿਹਾ? ਰਾਈਟ, ਪਾਲਿਸੀ ਜੇ ਤੁਹਾਡੇ ਕੋਲ ਕੱਲੀ ਇਹੀ ਹੈ ਕਿ ਤੁਸੀਂ ਸਪਲਾਈ ਲਾਈਨ ਤੋੜਨੀ ਹੈ, ਉਹ ਜਦ ਮਰਜ਼ੀ ਤੋੜ ਦਿਓ। ਔਰ ਸਪਲਾਈ ਲਾਈਨ ਦਾ ਕੀ ਹੁੰਦਾ ਕਿ 4 ਦਿਨ ਸਖਤੀ ਰਹੂਗੀ, ਉਹ ਟੁੱਟ ਜਾਏਗੀ, ਫਿਰ ਆ ਜਾਏਗੀ, ਔਰ ਉਹਦੇ ਚ ਜਿਹੜਾ ਪੈਡਲਰਸ ਦਾ ਰੇਟ ਹੁੰਦਾ ਉਹ ਥੋੜਾ ਹਾਈ ਹੋ ਜਾਏਗਾ। ਬਿਲਕੁਲ 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 ਹਾਈਕ ਆ ਜਾਏਗਾ। ਪਰ ਗੱਲ ਇਹ ਕਿ ਪਾਲਿਸੀ ਸ਼ਬਦ ਮੈਂ ਕਿਉਂ ਇਸਤੇਮਾਲ ਕਰ ਰਿਹਾ? ਹੁਣ ਮੈਂ ਇੱਕ ਚੀਜ਼ ਕਹਾਂ ਕਿ ਇਹਦਾ ਵੀ ਏਦਾਂ ਕਰੋ, ਜੇ ਇਹਦਾ ਵੀ ਏਦਾਂ ਕਰੋ, ਇਹਦਾ ਵੀ, ਉਹਦੇ ਵਿੱਚ ਇੱਕ ਪਾਲਿਸੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸਾਰੇ ਪਾਸੇ ਧਿਆਨ ਰੱਖਣਾ, ਸਪਲਾਈ ਲਾਈਨ ਕਿੱਦਾਂ ਤੋੜਨੀ ਹੈ। ਫਿਰ ਜਦੋਂ ਸਪਲਾਈ ਲਾਈਨ ਦਾ ਇਫੈਕਟ ਹੋਏਗਾ ਅੱਗੇ ਜਾ ਕੇ ਪੀੜਤਾਂ ਤੇ, ਉਹਨਾਂ ਨੂੰ ਕਿਸ ਤਰ੍ਹਾਂ ਨਜਿੱਠਣਾ ਹੈ। ਜੋ ਦਿਹਾੜੀਦਾਰ ਹੈ, ਫਰਜ਼ ਕਰੋ ਕੋਈ ਦਿਹਾੜੀਦਾਰ ਵੀ ਚਿੱਟਾ, ਅੱਜ ਕੱਲ੍ਹ ਦਿਹਾੜੀਦਾਰ ਵੀ ਚਿੱਟਾ ਪੀਂਦੇ ਆ, ਔਰ ਮੇਰੀਆਂ ਅੱਖੀਆਂ ਵੇਖਣ ਦੀ ਗੱਲ ਹੈ। ਮੈਂ ਦੇਖੋ ਹੁਣ ਮੈਂ ਤੇ ਚਲੋ ਕਿ ਸੰਸਾਰ ਤੋਂ ਪਰੇ ਹਾਂ, ਮੈਨੂੰ ਤੇ ਪਤਾ ਨਹੀਂ ਮੈਂ ਕੀ ਹਿਸਾਬ ਕਿਤਾਬ ਹੈ, ਪਰ ਲੋਕ ਆਪ ਹੀ ਦਰਦ ਦੱਸ ਦਿੰਦੇ। ਕਈ ਵਾਰ ਇਹ ਹੁੰਦਾ ਕਿ ਤੁਹਾਡੇ ਤੋਂ ਆਸ ਹੁੰਦੀ ਹੈ ਕਿ ਦੁੱਖ ਵੰਡਾਏਗਾ, ਉਹ ਆਪ ਹੀ ਦੱਸ ਦਿੰਦੇ ਨੇ। ਮੈਨੂੰ ਇਸ ਤਰ੍ਹਾਂ ਦੇ ਕਈ ਬੰਦੇ ਮਿਲੇ ਆ ਜੋ ਦਿਹਾੜੀਦਾਰ ਨੇ, ਔਰ ਮਾਫ ਕਰਨਾ ਮੇਰੇ ਇੱਥੇ ਗੇੜ ਦੇ ਵਿੱਚ ਨੇ, ਜਿਹੜੇ ਅੱਛੇ ਮੁੰਡੇ ਸੀ, ਦਿਹਾੜੀਦਾਰ ਕੰਮ ਸੀ, ਬੜਾ ਕੰਮ ਕਰਦੇ ਸੀ। ਹੁਣ ਫਰਜ਼ ਕਰੋ ਇੱਕ ਦਿਹਾੜੀਦਾਰ ਹੈ, ਉਹ ਦਿਹਾੜੀ ਨਹੀਂ ਜਾਏਗਾ ਤਾਂ ਉਹਦੇ ਬੱਚੇ ਵੀ ਭੁੱਖੇ ਮਰ ਜਾਣਗੇ। ਬਿਲਕੁਲ, ਉਹ ਨਸ਼ਾ ਨਹੀਂ ਕਰੇਗਾ ਤਾਂ ਉੱਠੇਗਾ ਹੀ ਨਹੀਂ। ਤਾਂ ਇਹ ਪਾਲਿਸੀ ਸ਼ਬਦ ਵਰਤਨ ਤੇ ਮੇਰਾ ਆਪਣਾ ਇੱਕ ਲੌਜਿਕ ਹੈ। ਮੈਂ ਕੁਛ ਇਹ ਪਰਟੀਕੂਲਰ ਕਹਿ ਸਪਲਾਈ ਲਾਈਨ ਤੋੜ ਦਿਓ ਜਾਂ ਏਦਾਂ ਦਾ। ਪਾਲਿਸੀ ਪਿੱਛੇ ਮੇਰੀ ਕਈ ਵਰਿਆਂ ਦੀ ਤਜਰਬੇ ਵਾਲੀ ਨਹੀਂ, ਮੇਰੀ ਆਪਣੀ ਰਿਸਰਚ ਹੈ ਕਿ ਜਦ ਤੱਕ ਇੱਕ ਨੈਸ਼ਨਲ ਲੈਵਲ ਦੀ ਪਾਲਿਸੀ ਨਹੀਂ ਆਏਗੀ ਤਦ ਤੱਕ ਨਸ਼ਾ ਖਤਮ ਤੇ ਹੋਣਾ ਹੀ ਨਹੀਂ। ਮੈਨੂੰ ਦੱਸੋ ਕਿ ਕਿਹੜੇ ਸੰਨ ਦੇ ਵਿੱਚ ਦੁਨੀਆ 'ਚ ਨਸ਼ਾ ਖਤਮ ਹੋਇਆ ਸੀ? ਗ੍ਰੰਥਾਂ ਦੇ ਵਿੱਚ ਆਪਾਂ ਦੇਖਦੇ, ਇਤਿਹਾਸ ਦੇ ਵਿੱਚ ਦੇਖਦੇ, ਕਿਤੇ ਦੱਸੋ ਮੈਨੂੰ ਕਿਤੇ ਕੋਈ ਮਤਲਬ ਕਿ ਸੰਸਾਰ ਦੇ ਵਿੱਚ ਐਸਾ ਮਰਹਲਾ ਆਇਆ ਜਦੋਂ ਉਹ ਨਸ਼ਾ ਰਹਿਤ ਹੋਵੇ? ਨਸ਼ਾ ਰਹਿੰਦਾ, ਪਰ ਨਸ਼ੇ ਦੇ ਅਸਰ ਅਸੀਂ ਕਿਸ ਤਰ੍ਹਾਂ ਘਟਾਉਣੇ ਨੇ, ਆਪਣੀ ਪੀੜ੍ਹੀ ਨੂੰ ਕਿਸ ਤਰ੍ਹਾਂ ਬਚਾਉਣਾ ਆ ਜੀ, ਉਹ ਚੀਜ਼ ਜ਼ਰੂਰ ਕਰਨੀ ਹੈ ਜੀ। ਮਿੰਟੂ ਜੀ ਸਾਡਾ ਨੈਕਸਟ ਕਾਲ ਅਸੀਂ ਲੈ ਲਈ ਔਨ ਦੀ 에ਅਰ 905 813 1320। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਤੁਸੀਂ ਬਹੁਤ ਅੱਛੇ ਵਿਸ਼ੇ ਦੇ ਉੱਤੇ ਮੌਜੂ ਛੇੜਿਆ। ਮੇਰਾ ਕਹਿਣ ਦਾ ਮਕਸਦ ਇਹ ਹੈ, ਬਾਅਦ ਐਸੇ ਬਿਮਾਰ ਬੰਦੇ ਵੀ ਹੈ ਨੇ, ਮਸਲਨ ਮੇਰੀ ਜ਼ਾਤ ਹੈ, ਮੈਂ ਪੋਲੀਓ ਸਰਵਾਈਵਰ। ਸਮ ਟਾਈਮ ਮੈਂ ਜਦੋਂ 8 ਘੰਟੇ ਤੋਂ ਜ਼ਿਆਦਾ ਕੰਮ ਕਰਦਾ, ਮੇਰੇ ਨਰਵ ਸਿਸਟਮ ਇਤਨਾ ਪੇਨ ਕਰਨ ਲੱਗ ਪੈਂਦਾ ਕਿ ਮੈਨੂੰ ਟੈਨਾਨੋਲ ਲੈਣੀ ਪੈਂਦੀ। ਟੈਨਾਨੋਲ ਦੇ ਵਿੱਚ ਵੀ ਤੇ ਨਸ਼ਾ ਵਾ, ਲੇਕਿਨ ਮੈਂ ਫ੍ਰੀਕੁਐਂਟਲੀ ਉਹਨੂੰ ਲੈਂਦਾ ਨਹੀਂ। ਜਦੋਂ ਮੈਂ ਬਹੁਤ ਮਜਬੂਰ ਹੁੰਦਾ ਉਦੋਂ ਅੱਧੀ ਗੋਲੀ ਲੈਂਦਾ। ਜਿਹੜੇ ਬੰਦੇ ਇਹਦੇ ਐਡਿਕਟਡ ਨੇ ਉਹਨਾਂ ਨੂੰ ਉਹਨੂੰ ਛਡਾਉਣ ਵਾਸਤੇ ਤੋਂ ਮੁਕਤੀ ਕਰਾਉਣ ਲਈ ਵੀ ਤਾਂ ਕੇਂਦਰ ਹੋਣੇ ਚਾਹੀਦੇ ਹਨ। ਇਹਨਾਂ ਦੇ ਉੱਤੇ ਵੀ ਗੌਰ ਕਰਨਾ ਚਾਹੀਦਾ। ਜਿਹੜੀ ਵੀ ਗੌਰਮੈਂਟ ਆਉਂਦੀ ਹੈ, ਤੁਸੀਂ ਹੌਲੀ ਹੌਲੀ ਸਿਗਰਟਾਂ ਵਾਲੀ ਗੱਲ ਹੀ ਲੈ ਲਓ, ਇਹਦੇ ਤੋਂ ਬੰਦਾ ਨਸ਼ਾ ਛੱਡਣ ਲਈ ਦੂਰ ਹੁੰਦਾ ਇੱਕ ਦਿਨ ਛੱਡ ਦਿੰਦਾ। ਇਸੇ ਤਰ੍ਹਾਂ ਸਲੋਲੀ ਕੋਈ ਜਗ੍ਹਾ ਹੋਣੀ ਚਾਹੀਦੀ, ਕੋਈ ਪਾਲਿਸੀ ਹੋਣੀ ਚਾਹੀਦੀ ਗੌਰਮੈਂਟ ਜਿਹਨੂੰ ਫੇਵਰ ਕਰੇ, ਤਾਂ ਕਿ ਜਿਹੜੇ ਮਜਬੂਰ ਬੰਦੇ ਆ ਹੌਲੀ ਹੌਲੀ ਇਹਦੇ ਚੁੰਗਲ ਚੋਂ ਨਿਕਲ ਕੇ ਬਾਹਰ ਆਉਣ ਜੀ। ਤੁਸੀਂ ਇਸ ਬਾਰੇ ਕੀ ਕਹਿੰਦੇ ਜੀ? ਨਹੀਂ ਦੇਖੋ, ਕੇਂਦਰ ਸਾਡੇ ਕੋਲ ਆਲਰੇਡੀ ਹੈਗੇ ਆ। ਸਾਡੇ ਕੋਲ ਇਲਾਜ ਪ੍ਰਣਾਲੀ ਤੇ ਇਲਾਜ ਵਿਧੀ ਬਹੁਤ ਜ਼ਿਆਦਾ, ਇਹ ਥੋੜਾ ਜਿਹਾ ਕਹਿ ਲਓ ਕਿ ਇਹਨੂੰ ਠੀਕ ਕਰਨ ਦੀ ਜ਼ਰੂਰਤ। ਇਲਾਜ ਪ੍ਰਣਾਲੀ ਕਿਸ ਤਰ੍ਹਾਂ ਦੀ ਹੋਵੇ, ਕਿੰਨਾ ਲੰਬਾ ਚੱਲੇ, ਕਿੱਦਾਂ ਡੀਟੌਕਸੀਫਾਈਡ ਕਰਨਾ, ਕਿੱਦਾਂ ਉਹਨੂੰ ਮਤਲਬ ਕਿ ਮਨੋਵਿਗਿਆਨਕ ਤਰੀਕੇ ਨਾਲ ਅਸੀਂ ਮੈਂਟਲੀ ਹੈਂਡਲ ਕਰਨਾ। ਹਾਂਜੀ, ਮਤਲਬ ਕਿ ਮੈਂਟਲੀ ਹੈਂਡਲ ਕਰਕੇ ਉਹਨੂੰ ਸੋਲਿਡ ਕਰ ਦੇਣਾ, ਪੂਰਾ ਠੋਸ ਕਰ ਦੇਣਾ।
ਉਹ ਚੀਜ਼ਾਂ ਤੇ ਕੰਮ ਕਰਨ ਦੀ ਜ਼ਰੂਰਤ, ਉੱਥੇ ਵਰਕਆਊਟ ਕਰਨ ਦੀ ਜ਼ਰੂਰਤ ਆ। ਸੋ ਜਦੋਂ ਇੱਥੇ ਵਰਕਆਊਟ ਕਰੋਗੇ ਤੁਸੀਂ ਤਾਂ ਫਿਰ ਤੁਹਾਨੂੰ ਨਵੇਂ ਮਤਲਬ ਕਿ ਆਪਣੇ ਆਪ ਹੀ ਕੇਸ ਮਿਲਦੇ ਜਾਣਗੇ, ਫਿਰ ਉਹਦੇ ਆਧਾਰ ਤੇ ਅੱਗੇ ਚੱਲਦਾ ਰਹਿੰਦਾ ਬੰਦਾ। ਸੋ ਗੱਲ ਇਹ ਆ ਕਿ ਦੇਖੋ ਇਹ ਲੰਮਾ ਬਹਿਸ ਦਾ ਵਿਸ਼ਾ ਹੈ, ਮੈਂ 10 ਘੰਟੇ ਬੋਲ ਸਕਦਾ, 10 ਘੰਟੇ ਆਪਾਂ ਡਿਬੇਟ ਕਰ ਸਕਦੇ ਹਾਂ। ਗੱਲ ਇਹ ਆ ਕਿ ਅੱਜ ਵੀ ਸਾਡੇ ਘਰਾਂ ਦੇ ਅਸੀਂ ਉਦਾਂ ਤੁਸੀਂ ਗੱਲ ਕਰ ਲਓ, ਮੈਂ ਕਿਸੇ ਵੀ ਮਤਲਬ ਕਿ ਇਹ ਕਹਿੰਦਾ ਕਿ ਜਿਹੜਾ ਬੰਦਾ 18 ਸਾਲ ਤੋਂ ਉੱਤੇ ਉਹ ਫੈਸਲਾ ਕਰ ਲਵੇ ਕਿ ਉਹਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀਣੀ। ਸਿੰਥੈਟਿਕ ਡਰੱਗ ਨੂੰ ਤਾਂ ਕਦੇ ਵੀ ਹੱਥ ਨਾ ਲਾਵੇ, ਰਾਈਟ। ਆ ਜਿਹੜੇ ਕੈਮੀਕਲ ਡਰੱਗ ਨੇ ਇਹਨਾਂ ਨੂੰ ਤਾਂ ਕਦੇ ਵੀ ਹੱਥ ਨਾ ਲਾਵੇ। ਹੋਰ ਚਲੋ ਠੀਕ ਆ, ਉਹ ਵੀ ਬਚੋ। ਪਹਿਲੀ ਗੱਲ ਤੇ ਇਹ ਆ ਕਿ ਜੇ ਨਹੀਂ ਤਾਂ ਚਲੋ ਆਪਣੀ ਇੱਕ ਲਿਮਟ ਤੈਅ ਕਰ ਲਓ। ਜੇ ਤੁਸੀਂ ਪੈਗ ਸ਼ੈਗ ਵੀ ਲਾਉਣੇ ਤਾਂ ਇੱਕ ਲਿਮਟ ਹੋਣੀ ਚਾਹੀਦੀ ਹੈ, ਕੋਈ ਦਿਨ ਹੋਣਾ ਚਾਹੀਦਾ। ਅੰਨੇਵਾਹ ਚੱਲੋਗੇ ਤਾਂ ਉੱਥੇ ਵੀ ਗੱਡੀ ਜਿਹੜੀ ਆ ਪਾਸ ਪੈ ਜਾਏਗੀ। ਮੇਰੇ ਕਹਿਣ ਦਾ ਮਤਲਬ ਕਿ ਮੈਂ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰਦਾ, ਪਰ ਅੱਛਾ ਇੱਥੇ ਹੁਣ ਮਤਲਬ ਸਰਕਾਰ ਦਾਰੂ ਤੋਂ ਕਮਾਈ ਕਰ ਰਹੀ, ਉਹਨੇ ਆਪਣੇ ਤੇ ਛੱਡ ਦਿੱਤਾ ਕਿ ਤੁਸੀਂ ਪੀਣਾ ਜਾਂ ਨਹੀਂ ਪੀਣਾ ਤੁਹਾਡੇ ਤੇ ਆ। ਬਿਲਕੁਲ। ਪਰ ਨੈਚੁਰਲੀ ਜਿਹੜੇ ਨਸ਼ੇ ਸੀ ਜੋ ਦਵਾਈਆਂ ਦਾ ਕੰਮ ਕਰਦੇ ਸੀ, ਜਿੱਦਾਂ ਹੁਣ ਸਰ ਨੇ ਕਿਹਾ, ਇੱਥੇ ਕਾਲਰ ਨੇ ਕਿਹਾ, ਦੇਖੋ ਕਿੱਡੀ ਵੱਡੀ ਉਹ ਸਮੱਸਿਆ ਹੈ। ਇਹੀ ਚੀਜ਼ ਹੈ ਕਿ ਮੰਨ ਲਓ ਸਾਡੇ ਇੱਥੇ ਅੱਜ ਵੀ ਮੈਂ ਤੁਹਾਨੂੰ ਇੱਕ ਪੜ੍ਹਦੇ, ਕੋਈ ਮੰਨੇ ਜਾਂ ਨਾ ਮੰਨੇ, ਮੇਰਾ ਸਿੱਧਾ ਸੁਭਾਅ ਹੈ, ਮੈਂ ਗੱਲ ਕਹਿ ਦਿੰਦਾ, ਅੱਜ ਵੀ ਕਿਤੇ ਸਾਡੀਆਂ ਬੀਬੀਆਂ ਦਾ ਕੋਈ ਮਾੜਾ ਜਿਹਾ ਪਾਸਾ ਸੌਦਾ, ਅਸੀਂ ਥੋੜੀ ਜਿਹੀ ਫੀਮ ਉਹਨਾਂ ਨੂੰ ਵੀ ਦੇ ਦਿੰਦੇ ਹਾਂ। ਤੇ ਇੱਕ ਕਰੇ ਕੋਈ ਗੱਲ ਆ ਕੇ ਔਨ 에ਅਰ ਵੀ ਕਰ ਲਵੇ, ਏਦਾਂ ਨਹੀਂ ਕਰਦੇ ਆਪਾਂ। ਕਿੱਥੇ ਪਾਸਿਓਂ ਫੜ ਕੇ ਕਰਦੇ ਆ, ਆਸ ਪਾਸਿਓਂ ਲਿਆ ਕੇ ਪੜ੍ਹੇ ਲਿਖੇ ਵੀ ਬੰਦੇ ਲੱਭਦੇ ਫਿਰਦੇ, ਯਾਰ ਥੋੜੀ ਜਿਹੀ ਦੇ ਦੇ ਯਾਰ, ਬਾਪੂ ਦਾ ਪਾਸਾ ਸੌਂਦਾ ਜਾਂ ਮੈਂ ਘਰੇ ਐਮਰਜੈਂਸੀ ਦੇ ਤੌਰ ਤੇ ਰੱਖਣੀ ਆ। ਸੋ ਸਾਨੂੰ ਮਤਲਬ ਕਿ ਇਹ ਦੇਖਣਾ ਪਏਗਾ ਕਿ ਅਸੀਂ ਸਿੰਥੈਟਿਕ ਡਰੱਗ ਤੋਂ ਇਸ ਸੋਸਾਇਟੀ ਨੂੰ ਬਚਾਉਣ ਵਾਸਤੇ ਮਤਲਬ ਕਿ ਇਲਾਜ ਪ੍ਰਣਾਲੀ ਦੇ ਤਰ੍ਹਾਂ, ਹੁਣ ਇਲਾਜ ਪ੍ਰਣਾਲੀ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੱਤੀ ਹੈ ਤੇ ਮਾੜਾ ਜਿਹਾ ਸ਼ੱਕ ਹੁੰਦਾ ਕਿ ਯਾਰ ਅਧਰੰਗ ਨਾ ਪੈ ਜਾਵੇ, ਅਸੀਂ ਪਹਿਲਾਂ ਉਹ ਫੀਮ ਘੋਲ ਕੇ ਦਿੰਦੇ ਹਾਂ, ਇੱਕ ਦਵਾਈ ਵਜੋਂ ਅਸੀਂ ਯੂਜ਼ ਕਰਦੇ ਹਾਂ, ਉਹ ਪ੍ਰਣਾਲੀ ਬਣਾ ਰੱਖੀ ਹੈ ਅਸੀਂ ਬਈ। ਅਸੀਂ ਇੱਕ ਪ੍ਰਣਾਲੀ, ਇਲਾਜ ਪ੍ਰਣਾਲੀ ਦੇ ਨਾਮ ਤੇ ਸਾਡੇ ਕੋਲ ਕੀ ਚੱਲ ਰਿਹਾ, ਗੋਲੀ ਆਉਂਦੀ ਹੈ ਬੁਪਰੀਨੋਰਫਿਨ, ਉਹ ਅਸੀਂ ਜੀਭ ਦੇ ਥੱਲੇ ਰਖਵਾਉਂਦੇ ਹਾਂ। ਉਹ ਏਡੀ ਗੰਦੀ ਗੋਲੀ ਹੈ ਕਿ ਸਮੈਕ ਛੱਡਣ ਦੀ ਤੋੜ ਘੱਟ ਆਉਂਦੀ, ਉਹ ਗੋਲੀ ਛੱਡਣ ਦੀ ਤੋੜ ਜ਼ਿਆਦਾ ਆਉਂਦੀ ਹੈ। ਔਰ ਉਹ ਇੰਨਾ ਸਿਹਤ ਤੇ ਅਸਰ ਪਾਉਂਦੀ, ਇੰਨੀ ਗਰਮ ਹੁੰਦੀ ਹੈ, ਕਿਡਨੀ ਤੇ ਅਸਰ ਪਾਉਂਦੀ ਹੈ ਕਿ ਜੇ 2 ਸਾਲ 3 ਸਾਲ ਤੁਸੀਂ ਖਾ ਲਿਆ ਉਹ ਬੰਦਾ ਯੱਬ ਜਾਂਦਾ। ਇਸ ਕਰਕੇ ਇਹ ਚੀਜ਼ ਆ ਕਿ ਭਾਈ ਥੋੜਾ ਸਾਨੂੰ ਇਲਾਜ ਪ੍ਰਣਾਲੀ ਵੱਲ ਬਿਹਤਰ ਤਰੀਕੇ ਨਾਲ ਸੋਚਣਾ ਪਏਗਾ। ਹਾਲਾਂਕਿ ਮੈਂ ਵਾਰ-ਵਾਰ ਕਹਿੰਦਾ, ਮੈਂ ਕਿਸੇ ਨੂੰ ਪ੍ਰਮੋਟ ਨਹੀਂ ਕਰਦਾ ਜਾਂ ਨਾਲ ਕਿਸੇ ਨੂੰ ਉਕਸਾਉਣਾ, ਇੱਧਰ ਆਓ, ਮੈਂ ਤਾਂ ਕਹਿੰਦਾ ਕਿ ਭਾਈ ਬਚੋ ਉਸ ਨਸ਼ੇ ਤੋਂ ਵੀ ਬਚੋ ਜੋ ਸਰਕਾਰ ਤੁਹਾਡੇ ਵਿਵੇਕ ਤੇ ਛੱਡ ਦਿੰਦੀ ਹੈ ਕਿ ਲੈਣਾ ਜਾਂ ਨਹੀਂ ਲੈਣਾ, ਲੀਗਲਾਈਜ਼ ਹੈ। ਪਰ ਕੀ ਫਾਇਦਾ ਜੇ ਤੁਸੀਂ ਉਹਦਾ ਨਾਰਮਲ ਵਧੀਆ ਜ਼ਿੰਦਗੀ ਦਾ ਮੰਡੇ, ਤੁਸੀਂ ਐਕਸਰਸਾਈਜ਼ ਕਰੋ, ਆਪਣਾ ਅੱਛਾ ਖਾਣਾ ਖਾਓ, ਹੈਲਦੀ ਫੂਡ ਖਾਓ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਵੀਰੇ। ਹਾਂਜੀ ਬਾਈ ਜੀ, ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਅੱਛਾ ਜੀ, ਮੇਰਾ ਇੱਕ ਤਾਂ ਜੀ 10 ਦਿਨ ਹੋ ਗਏ ਸੀਗੇ ਤੇ ਮੈਨੂੰ ਪਤਾ ਨਹੀਂ ਸੀ ਚੱਲ ਰਿਹਾ ਵੀ ਚਾਵਲਾ ਸਾਹਿਬ ਕਿੱਥੇ ਆ, ਤੇ ਮਿੰਟੂ ਜੀ ਨੇ ਅੱਜ ਭੇਦ ਖੋਲਿਆ ਵੀ ਉਹ ਕਿੱਥੇ ਆ। ਮੈਨੂੰ ਇਹ ਵੀ ਬੜੀ ਖੁਸ਼ੀ, ਮੈਨੂੰ ਪਤਾ ਲੱਗ ਗਿਆ ਜੀ। ਜੀ ਹਾਂ। ਤੇ ਦੂਜੀ ਗੱਲ ਆ ਜੀ, ਜਿਹੜੀ ਤੁਸੀਂ ਗੱਲ ਕਰਦੇ ਹੋ ਗੋਲੀ ਦੀ, ਮੇਰਾ ਆਪਦਾ ਰਿਸ਼ਤੇਦਾਰ 25 ਸਾਲਾਂ ਦਾ ਇਸ ਚੱਕਰ 'ਚ ਭੇਡ ਚੜ ਗਿਆ ਨਸ਼ੇ ਦੀ। 2015 ਦੇ ਵਿੱਚ ਮੈਂ ਇੰਡੀਆ ਗਿਆ ਤੇ ਗੱਡੀ ਚਲਾਉਣ ਵਾਲਾ ਵੀ ਉਹੀ ਹੁੰਦਾ ਸੀਗਾ, ਤੇ ਨਕੋਦਰ ਦੇ ਵਿੱਚ ਹਸਪਤਾਲ 'ਚ ਉਹਦੀ ਗੋਲੀ ਲੱਗੀ ਸੀ। ਹੁਣ ਮਸਾਂ ਅਸੀਂ ਮਿੰਤਾ ਕਰਕੇ ਲੰਬੀ ਦੇ ਵਿੱਚ ਉਹਦੀ ਗੋਲੀ ਟ੍ਰਾਂਸਫਰ ਕਰਾਈ, ਫਾਰਮ ਭਰ ਕੇ। ਫੇਰ ਜਦੋਂ ਕਿਤੇ ਅਸੀਂ ਜਾਣਾ ਦਿੱਲੀ ਨੂੰ ਜਾਂ ਅੰਬਰਸਰ ਨੂੰ ਕਿਤੇ ਜਾਣਾ, ਤੇ ਫਿਰ ਉਹ ਇੱਕ ਦਿਨ ਦੀ ਨਾਲ ਗੋਲੀ ਨਹੀਂ ਸੀ ਦਿੰਦੇ ਨਾਲ ਜਾਣ ਨੂੰ। ਸੋ ਉਹ ਸਿਰਫ ਇੱਕ ਜਾਣ ਪਛਾਣ ਕਰਕੇ ਜਾਂ ਕਰਕੇ ਅਸੀਂ ਧੱਕੇ ਧੁੱਕੇ ਦਾ 1-2 ਗੋਲੀਆਂ ਉਹ ਤੋਂ ਨਾਲ ਲੈ ਜਾਂਦੇ ਸੀ। ਉਹ ਤੋਂ ਮੈਡਮ ਤੋਂ ਵੀ ਭਾਈ ਸਾਨੂੰ ਦੇ ਦੇ, ਅਸੀਂ ਬਾਹਰ ਜਾਣਾ 2 ਦਿਨ, ਇਹੀ ਮੁੰਡਾ ਗੱਡੀ ਚਲਾਉਣਾ, ਹੋਰ ਕੋਈ ਹੈ ਨੀਗਾ। ਸੋ ਉਹ ਜਿਹੜਾ ਗੋਲੀ ਦੇਣ ਵਾਲਾ ਤੇ ਨਸ਼ਾ ਛੁਡਾਉਣ ਵਾਲਾ ਸਿਸਟਮ, ਉਹ ਵੀ ਐਡਾ ਕੁ ਭੈੜਾ ਵੀ ਬੰਦਾ ਘਰੋਂ ਬਾਹਰ ਵੀ ਨਹੀਂ ਕਿਤੇ ਪਲੰਘ ਪੱਟ ਸਕਦਾ। ਜਦੋਂ ਤੁਸੀਂ ਉਹਦਾ ਕਾਰਡ ਬਣਾ ਦਿਓ, ਭਾਈ ਜਿੱਥੇ ਵੀ ਜਾਵੇ। ਜੀ ਇੱਕ ਸਮੱਸਿਆ ਹੋਰ ਵੀ ਹੈ ਨਾ ਸਰ, ਕਿ ਇੱਕ ਤਾਂ ਲਾਈਨ ਲਾ ਕੇ ਉਹ ਦਿੰਦੇ ਨੇ, ਟਾਈਮ ਵੇਸਟ ਹੁੰਦਾ ਹੈ। ਸੈਕਿੰਡ ਚੀਜ਼ ਇਹ ਆ ਕਿ ਜੇ ਉਹਨੇ ਜ਼ਿਆਦਾ ਲੈਣੀ ਹੈ, ਵਧੇਰੇ ਲੈਣੀ ਹੈ, ਉਹ ਮਾਰਕੀਟ 'ਚ ਚਲੇ ਜਾਓ, ਜਿਹੜੇ ਪ੍ਰਾਈਵੇਟ ਨੇ ਉਹਨਾਂ ਤੋਂ ਉਹ ਫਿਰ ਮਹਿੰਗੇ ਰੇਟ 'ਤੇ ਜਿੰਨੀਆਂ ਮਰਜ਼ੀ ਚੱਕ ਲਓ, ਉਹ ਲੈ ਕੇ ਫਿਰ ਜਾ ਕੇ ਜ਼ਿਆਦਾ ਵੀ ਖਾਣ ਲੱਗ ਪੈਂਦੇ ਨੇ। ਸੋ ਸਾਨੂੰ ਦੇਖਣਾ ਹੀ ਪਏਗਾ ਕਿ ਅਸੀਂ ਬਹੁਤ ਛੋਟੇ ਟਾਈਮ ਦੇ ਵਿੱਚ 3 ਮਹੀਨਿਆਂ ਦੇ ਵਿੱਚ ਬੰਦੇ ਨੂੰ ਟਨ ਕਰ ਦਈਏ। ਸਾਨੂੰ ਇਸ ਤਰ੍ਹਾਂ ਦੀ ਇਲਾਜ ਪ੍ਰਣਾਲੀ ਬਣਾਉਣ ਦੀ ਲੋੜ ਆ ਤੇ ਬਾਈ 3 ਮਹੀਨੇ ਮਤਲਬ ਕਿ ਉਹ ਵੀ ਅਸੀਂ ਦਵਾਈ ਉਹਨੂੰ ਸੈਂਟਰ ਦੇ ਵਿੱਚ ਲਾਈਨ ਬਣਾ ਕੇ ਨਾ। ਦੇਖੋ ਇੱਕ ਗੱਲ ਆ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਫਰਜ਼ ਕਰੋ ਸਾਡੀ ਬੱਚੀ ਕਿਸੇ ਦੀ ਵੀ ਹੋ ਸਕਦਾ, ਮੇਰੀ ਵੀ ਹੋ ਸਕਦਾ, ਮੇਰੇ ਘਰ ਦੀ ਕਹਾਣੀ ਹੋ ਸਕਦੀ ਹੈ, ਮੇਰੀ ਕੋਈ ਧੀ ਭੈਣ ਵੀ ਹੋ ਸਕਦੀ ਹੈ। ਸਾਡੇ ਇੱਥੇ ਕੁੜੀਆਂ ਨਸ਼ਾ ਕਰਦੀਆਂ
ਔਰ ਇਹ ਸੱਚ ਆ, ਟੱਲ ਸੱਚ ਆ। ਹੁਣ ਤੁਸੀਂ ਦੱਸੋ, ਇੱਕ ਕੁੜੀ ਜਾ ਕੇ ਜੇ ਛੱਡਣਾ ਚਾਹਵੇ, ਕੁੜੀ ਜਾ ਕੇ ਲਾਈਨ 'ਚ ਕਿਵੇਂ ਲੱਗ ਜਾਏਗੀ ਨਸ਼ਾ ਛਡਾਊ ਕੇਂਦਰ ਦੇ? ਇਹ ਚੀਜ਼ ਕਿਉਂਕਿ ਤੁਹਾਡਾ ਇੱਧਰ ਦਾ ਜਿਹੜਾ ਪੱਛਮ ਦਾ ਸਮਾਜ ਹੈ ਕੁਝ ਹੋਰ ਤਰ੍ਹਾਂ ਦਾ ਹੈ। ਸਾਡਾ ਸੋਸ਼ਲ ਸਟਿਗਮਾ ਇਹਨਾਂ ਚੀਜ਼ਾਂ ਨੂੰ ਅਲਾਉ ਨਹੀਂ ਕਰਦਾ। ਮੈਨੂੰ ਦੱਸੋ, ਕੁੜੀ ਲਾਈਨ ਬਣਾ ਕੇ ਖੜੀ ਹੋਏਗੀ ਨਸ਼ੇੜੀਆਂ 'ਚ? ਨਹੀਂ, ਬਿਲਕੁਲ। ਜੇ ਉਹ ਖੜੀ ਹੋਏਗੀ ਤਾਂ ਉਹਦੀ ਹਾਲਤ, ਉਹਦੀ ਮਾਨਸਿਕ ਹਾਲਤ ਦਾ ਤੁਸੀਂ ਥੋੜਾ ਜਿਹਾ ਕਲਪਨਾ ਕਰਕੇ ਤਾਂ ਦੇਖੋ ਕਿ ਉਹ ਦਹਿਰਾ ਹੋਏਗਾ, ਉਸ ਦਾ ਕੀ ਹਾਲ ਹੋਏਗਾ। ਸੋ ਕਹਿਣ ਦਾ ਭਾਵ ਇਹ ਆ ਕਿ ਇੱਧਰ ਕੰਮ ਕਰਨ ਦੀ ਜ਼ਰੂਰਤ ਆ। ਸੋ ਮੈਂ ਤੇ ਵਾਰ-ਵਾਰ ਕਹਿਣਾ ਕਿ ਨਸ਼ਾ ਕਦੇ ਖਤਮ ਨਹੀਂ ਹੁੰਦਾ ਸੋਸਾਇਟੀ 'ਚ। ਸੋਸਾਇਟੀ ਨੂੰ ਨਸ਼ੇ ਤੋਂ ਦੂਰ ਕਿਸ ਤਰ੍ਹਾਂ ਕਰਨਾ ਹੈ, ਆਉਣ ਵਾਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਤੁਹਾਡੇ ਯਤਨ ਕਿਸ ਤਰ੍ਹਾਂ ਦੇ ਆ। ਜੋ ਛੱਡਣਾ ਚਾਹੁੰਦਾ ਉਹਦੇ ਵਾਸਤੇ ਅੱਜ ਤੁਹਾਡਾ ਤਾਂ ਮੇਰੇ ਖਿਆਲ ਦੇ ਨਾਲ, ਜੇ ਤੁਸੀਂ ਅਨਾਜ ਕਹਿੰਦੇ ਹੋ, ਰਾਸ਼ਨ ਕਹਿੰਦੇ ਹੋ, ਕਿ ਹੋਮ ਡਿਲੀਵਰੀ ਹੋਏਗੀ, ਤਾਂ ਬਾਈ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਛੱਡਣਾ ਚਾਹੁੰਦਾ ਉਹਦੇ ਘਰੇ ਕਿਉਂ ਨਹੀਂ ਇਲਾਜ ਪਹੁੰਚ ਸਕਦਾ? ਉਹ ਤਾਂ ਬਹੁਤ ਵੱਡੀ ਗੱਲ ਹੈ ਕਿ ਕੋਈ ਬੰਦਾ ਦਲਦਲ ਚੋਂ ਨਿਕਲ ਕੇ ਮੇਨ ਸਟ੍ਰੀਮ 'ਚ ਆ ਰਿਹਾ, ਤਾਂ ਅਸੀਂ ਉਹਨੂੰ ਕੋਈ ਮਹੀਨਾ ਖੰਡ ਕੋਈ ਇਲਾਜ ਵੀ ਨਹੀਂ ਦੇ ਰਿਹਾ। ਜੀ, ਬਹੁਤ ਬਹੁਤ ਧੰਨਵਾਦ ਜੀ ਕਾਲਰ। ਮਿੰਟੂ ਜੀ, ਗੱਲਬਾਤ ਕਰੀਏ ਆਪਾਂ ਹੁਣ ਅਗਲੇ ਟੌਪਿਕ ਦੇ ਵੱਲ ਵੱਧਦੇ ਹਾਂ ਜੀ। ਇਹ ਤੁਸੀਂ ਕਿਹਾ ਤੁਸੀਂ ਤਾਂ ਡਿਬੇਟ ਤਾਂ ਅਸੀਂ 5-6 ਘੰਟੇ ਵੀ ਕਰ ਸਕਦੇ ਇਸ ਚੀਜ਼ ਨੂੰ ਲੈ ਕੇ, ਪਰੰਤੂ ਕਹਿ ਲਓ ਕਿ ਦ ਪਿਕਚਰ ਮਸਟ ਗੋ ਔਨ ਜੀ, ਸ਼ੋ ਮਸਟ ਗੋ ਔਨ। ਸੋ ਅਗਲੀ ਖਬਰ ਵੱਲ ਅਸੀਂ ਵੱਧਦੇ ਹਾਂ ਜੀ। SSM ਨਾਲੋਂ ਜਥੇਬੰਦੀਆਂ ਨੇ ਕੀਤਾ ਕਿਨਾਰਾ, ਇਹਦੀ ਕੀ ਖਬਰ ਹੈ ਜੀ? ਦੇਖੋ, SSM ਦਾ ਮਤਲਬ ਸੰਯੁਕਤ ਸਮਾਜ ਮੋਰਚਾ, ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ, ਇਲੈਕਸ਼ਨ ਫਾਈਟ ਕੀਤਾ ਸੀਗਾ, ਹਾਰ ਗਏ, ਬੁਰੀ ਤਰ੍ਹਾਂ ਹਾਰ ਗਏ, ਬੇਇੱਜ਼ਤੀ ਕਰਾਈ। ਉਸ ਤੋਂ ਬਾਅਦ ਕੀ ਹੈ ਕਿ ਹੁਣ ਜਿਹੜੀਆਂ ਮਾੜੀਆਂ ਮੋਟੀਆਂ ਤਨਜ਼ੀਮਾਂ ਉਹਨਾਂ ਦੇ ਨਾਲ ਸੀਗੀਆਂ, 9 ਪਹਿਲਾਂ ਗਈਆਂ ਚਲੀਆਂ ਸੀ, 7 ਹੁਣ 16, ਤਾਂ ਕੁੱਲ ਮਿਲਾ ਕੇ ਜਿਹੜਾ ਉਹ SSM ਸੀ ਉਹ ਬਿਲਕੁਲ ਖਿਲਰ ਗਿਆ। ਇਹ ਵਾਪਸ SKM ਵੱਲ, ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦੇ ਵੱਲ ਚਲੇ ਗਿਆ। ਤਾਂ ਕੁੱਲ ਮਿਲਾ ਕੇ ਜੋ ਕਿਸਾਨ ਆਗੂਆਂ ਨੇ ਸੁਪਨਾ ਵੇਖਿਆ ਸੀਗਾ ਕਿ ਝੰਡੀ ਵਾਲੀ ਕਾਰ ਹੋਏਗੀ, ਡੰਡੀ ਵਾਲੀ ਕਾਰ ਹੋਏਗੀ, ਅਸੈਂਬਲੀ ਦੇ ਵਿੱਚ ਜਾਵਾਂਗੇ, ਪਟਾਕੇ ਪਾਵਾਂਗੇ, ਉਹ ਸਾਰੇ ਸੁਪਨੇ ਬੇਕਾਰ ਗਏ ਨੇ, ਉਹ ਸੁਪਨੇ ਸਾਰਥਕ ਨਹੀਂ ਉਹ ਨਿਬੜੇ। ਸੋ ਇਸ ਕਰਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨਾਲ ਸੀਗੀਆਂ ਰਾਜੇਵਾਲ ਦੀਆਂ, ਕਿਉਂਕਿ ਰਾਜੇਵਾਲ ਨੇ ਹੀ ਇਹ ਸਾਰੀ ਗੋਂਦ ਗੁੰਦੀ ਸੀ, ਕਿਉਂਕਿ ਉਹਨਾਂ ਨੇ ਹੀ ਫੈਸਲਾ ਜਿਹੜਾ ਜਿੱਦਬਾਜ਼ੀ ਚ ਲਿਆ ਸੀ। ਕਿਉਂਕਿ ਮੈਂ ਗੱਲ ਦੇਖੋ ਆਫ ਦੀ ਰਿਕਾਰਡ ਕੁਛ ਨਹੀਂ ਕਹਿੰਦਾ, ਮੇਰੇ ਕੋਲ ਖੁਦ ਇਹਨਾਂ ਦੇ ਆਪਣੇ ਇੱਕ ਆਗੂ ਨੇ ਆ ਕੇ ਮੰਨਿਆ ਸੀਗਾ ਔਨ ਰਿਕਾਰਡ ਜੀ, ਔਨ ਰਿਕਾਰਡ ਕਿ ਅਸੀਂ ਜਾ ਕੇ ਮਨਾਉਂਦੇ ਰਹੇ ਕਿ ਬਾਪੂ ਮੰਨ ਜਾ, ਬੜੀ ਬੇਇੱਜ਼ਤੀ ਹੋਣੀ। ਨਹੀਂ ਮੰਨਿਆ, ਕਹਿੰਦਾ ਨਹੀਂ ਮੈਂ ਫੈਸਲਾ ਲੈ ਲਿਆ, ਸੋ ਲੈ ਲਿਆ। ਸੋ ਕਹਿਣ ਦਾ ਭਾਵ ਇਹ ਆ ਕਿ ਵਾਪਸ SKM ਜਿਹੜਾ ਉਹ ਸਟਰੋਂਗ ਹੋ ਰਿਹਾ ਤੇ SSM ਜਿਹੜਾ ਉਹ ਤਕਰੀਬਨ ਕਹਿ ਲਓ ਕਿ ਉਹਦਾ ਭੋਗ ਪੈ ਗਿਆ। ਬਸ ਰਾਜੇਵਾਲ ਜਾਂ ਕੁਝ ਹੋਰ ਉਹਨਾਂ ਦੇ ਖਾਸਮ ਖਾਸ ਛੱਡ ਕੇ ਉਹੀ ਰਹਿ ਗਿਆ। ਬਾਕੀ ਰਾਜਨੀਤਿਕ ਜੋ ਉੱਥੇ ਬਣੀ ਸੀ ਇੱਕ ਮੋਰਚਾਬੰਦੀ, ਉਹਦੇ ਚੋਂ ਪਾਸੇ ਹੋ ਗਏ। ਮਿੰਟੂ ਜੀ, ਅਕਾਲੀ ਦਲ ਨੇ ਕਿਹਾ ਕਿ ਮਜੀਠੀਆ ਨਾਲ ਹੋ ਰਿਹਾ ਜੀ ਧੱਕਾ। ਹਾਂਜੀ, ਦੇਖੋ ਇਹ ਲਗਾਤਾਰ ਦੋਸ਼ ਲਾ ਰਹੇ ਆ। ਜੇਲ ਮੈਨੂਅਲ ਦੇ ਅਨੁਸਾਰ ਜੋ ਸਹੂਲਤਾਂ ਮਿਲਦੀਆਂ ਜਾਂ ਕਿਸੇ VIP ਨੂੰ ਮਿਲਦੀਆਂ, ਤੇ ਇਹਨਾਂ ਦਾ ਕਹਿਣਾ ਇਹੀ ਹੈ ਕਿ ਭਾਈ ਉਹ ਸਾਨੂੰ ਲੀਡਰ ਨੂੰ ਸੂਚਨਾ ਮਿਲੀ ਹੈ ਇਹਨਾਂ ਨੂੰ, ਸਾਨੂੰ ਪਤਾ ਲੱਗਿਆ ਕਿ ਸਾਡੇ ਲੀਡਰ ਨੂੰ ਪਰੇਸ਼ਾਨ ਕੀਤਾ ਗਿਆ। ਦੇਖੋ ਇਹ ਅਦਾਲਤ ਦੇ ਵਿੱਚ ਗਏ ਹੋਏ ਨੇ, ਮਾਮਲਾ ਅਦਾਲਤ ਦੇ ਵਿੱਚ ਹੈ, ਤੇ ਫਿਰ ਬਹੁਤਾ ਕੁਛ ਨਹੀਂ ਹੋ ਸਕਦਾ। ਕਿਉਂਕਿ ਵੈਸੇ ਵੀ ਜੇ ਤੁਸੀਂ ਦੇਖੋਗੇ ਕੋਈ ਪ੍ਰਿਜ਼ਨਰ ਆ, ਉਹਦਾ ਕੀ ਹੁੰਦਾ, ਮਾਮਲਾ ਸਿੱਧਾ ਮੈਟਰ ਅਦਾਲਤ ਨਾਲ ਜੁੜਦਾ ਹੈ, ਕਿਉਂਕਿ ਉਹ ਅਦਾਲਤ ਦਾ ਕੈਦੀ ਹੈ, ਨਾ ਕਿ ਕਿਸੇ ਮਤਲਬ ਕਿ ਨਾ ਕੋਈ ਸਿਵਿਲੀਅਨ ਦਾ, ਨਾ ਕੋਈ ਸਰਕਾਰ ਦਾ। ਅਦਾਲਤ ਨੇ ਉਹਨੂੰ ਭੇਜਿਆ ਹੋਇਆ ਅੰਦਰ, ਉਹ ਅਦਾਲਤ ਨੇ ਫੈਸਲਾ ਲੈਣਾ ਹੁੰਦਾ। ਬਿਲਕੁਲ, ਇਹ ਠੀਕ ਹੈ, ਇਲਜ਼ਾਮ ਤਰਾਸ਼ੀ ਹੁੰਦੀ ਹੈ ਸਿਆਸਤ ਦੇ ਵਿੱਚ, ਪਰ ਜੋ ਵੀ ਹੈ ਫੈਸਲਾ ਇਹਦੇ ਤੇ ਕੋਰਟ ਨੇ ਲੈਣਾ, ਕਿਉਂਕਿ ਕੋਰਟ ਦੇ ਵਿੱਚ ਆਲਰੇਡੀ ਇਹਨਾਂ ਨੇ ਪਟੀਸ਼ਨ ਪਾ ਰੱਖੀ ਹੈ। ਮਿੰਟੂ ਜੀ, ਜਾਣ ਤੋਂ ਪਹਿਲਾਂ ਇਮਰਾਨ ਖਾਨ ਦਾ ਕੀ ਹਾਲ ਚਾਲ ਹੈ, ਬਾਕੀ ਸਾਡੇ ਗੁਆਂਢੀ ਮੁਲਕ ਦਾ? ਦੇਖੋ, ਇਮਰਾਨ ਖਾਨ ਗੱਡੀਆਂ ਲੈ ਗਿਆ ਵਾ, ਤੇ ਹੁਣ ਜਿਹੜਾ PM ਸ਼ਹਿਬਾਜ਼ ਸ਼ਰੀਫ ਹੈ ਉਹ ਆ ਗਿਆ। तो हाल यही है क्योंकि जनरल बाजवा के खिलाफ भी प्रोटेस्ट स्टार्ट हो गए, काफी कुछ है जी उत्थे हल्ला गुल्ला चल रहा है। वैसे भी जो तुम देखोगे, मैं तो ऑनेस्टली कहा था, कोई भी देश है जोड़ा वो साडे गुआढ़ दे विच जो सुखी नहीं है ना, हो सकता फिर असीं भी अपना सुख गवावे, सानूं खुश होने की लोड़ नहीं हुंदी गवांढी दे दुख ते, क्योंकि दुख कंध टप के साडे भी आ सकता। इस करके क्योंकि श्रीलंका च इस टाइम माहौल खराब है, नेपाल ने हुणे थोड़ी देर पहला खबर आई है कि लग्जरी आइटम से यानी उन्होंने इंपोर्ट पे बैन ला दिता है। इसका मतलब कि उत्थे भी हालात खराब हो रहे हैं। साडे दुआले इस तरह म्यांमार दे विच ऑलरेडी हो चुका वा, उत्थे तख्ता पलट हो चुका वा।
ਸੋ ਇਹ ਚੀਜ਼ਾਂ ਜਿਹੜੀਆਂ ਸਾਡੇ ਆਂਢ ਗੁਆਂਢ ਚਾਈਨਾ ਦੇ ਵਾਪਰ ਵਿੱਚ ਰਹੀਆਂ ਚਾਈਨਾ ਦੇ ਵਿੱਚ ਕੋਵਿਡ ਕਾਫੀ ਵੱਧ ਚੁੱਕਿਆ ਜੀ। ਹਾਂਜੀ, ਤੋਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਖਿੱਤੇ ਨੂੰ ਪ੍ਰਭਾਵਿਤ ਕਰਦੀਆਂ। ਚੇਨ ਰਿਐਕਸ਼ਨ ਇਸ ਵੇਲੇ ਚੱਲ ਰਿਹਾ ਜੀ। ਮਿੰਟੂ ਜੀ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਇੱਕ ਵਾਰੀ ਫਿਰ ਤੋਂ ਤੁਸੀਂ ਬਹੁਤ ਆਪਣੇ ਕੀਮਤੀ ਵਿਚਾਰ ਰੱਖਦੇ ਹੋ ਔਨ ਦੀ ਏਅਰ, ਫੀਡਬੈਕ ਸਾਨੂੰ ਬਹੁਤ ਵਧੀਆ ਮਿਲਦੀ ਹੈ ਜੀ। ਸੋ ਥੈਂਕ ਯੂ ਸੋ ਮਚ ਤੁਹਾਡਾ ਟਾਈਮ ਦੇਣ ਲਈ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।